ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਸਿੱਖ ਚੈਨਲ ਦੀ ਟੀਮ ਪਹੁੰਚੀ ਹੈ ਇਸ ਵਕਤ ਪੀਟਰਬਰੋ ਭਾਈ ਰਣਜੀਤ ਸਿੰਘ ਬਾਹੇਵਾਲੇ ਦੇ ਘਰ। ਇਹਨਾਂ ਦੇ ਬੇਟੇ ਸੁਖਰੇਨ ਸਿੰਘ ਜੋ ਬੜੀਆਂ ਬੱਲਾਂ ਮਾਰੀਆਂ ਹਨ ਬਿਜ਼ਨਸ ਦੇ ਖੇਤਰ ਦੇ ਵਿੱਚ, ਸੋ ਉਹਨਾਂ ਦੀ ਇੰਟਰਵਿਊ ਕਰਨਾ ਹੈ। ਅਤੇ ਜਦੋਂ ਬਜ਼ੁਰਗ ਮਿਲੇ, ਬਜ਼ੁਰਗ ਜਿਹੜੀ ਆ ਉਹ ਘਰ ਦੀ ਰੌਣਕ ਹੁੰਦੀ ਆ, ਬਰਕਤਾਂ ਹੁੰਦੀਆਂ ਗੁਰੂ ਪਿਆਰਿਓ। ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਤੇ ਪੁੱਛਿਆ ਕਿ ਦੌਲਤ ਖਾਨਾ ਕਿਹੜਾ ਹੈ, ਪਿੱਛੋਂ ਇਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਵੇਲੇ ਇਹ ਜਿਹੜੇ ਆ ਉਦੋਂ ਜੋ ਪਾਰਟੀਸ਼ਨ ਹੋਇਆ 1947 ਦਾ, ਇਹਨਾਂ ਦੀ ਉਮਰ 10 ਸਾਲ ਸੀ ਤੇ ਕਿੱਦਾਂ ਪਾਰਟੀਸ਼ਨ ਦੇ ਵਿੱਚ ਇਹਨਾਂ ਨੇ ਕੀ ਕੁਛ ਆਪਣੇ ਅੱਖੀਂ ਦਿੱਤਾ ਹਾਂ, ਜਿਹੜੀ ਆ ਟਰੂ ਸਟੋਰੀ ਆ ਉਹਨਾਂ ਦੇ ਜ਼ਬਾਨੀ ਬਿਆਨ ਕਰੀ ਜੀ। ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲ ਕਰਨੀ ਆ ਕਿ ਜਿਹੜਾ 1947 ਦੀ ਜਿਹੜੇ ਕਿ ਹੱਸਦੇ ਵਸਦੇ ਘਰ ਜਿਹੜੇ ਉਜੜ ਗਏ, ਉਹ ਦੋਸਤ ਜਿਹੜੇ ਇਕੱਠਾ ਖਾਣਾ ਖਾਂਦੇ ਸੀ, ਉਹ ਪਰਿਵਾਰ ਜਿਹੜੇ ਹਿੰਦੂ ਮੁਸਲਮਾਨ ਸਿੱਖ ਇਕੱਠੇ ਵਿਆਹਾਂ ਸ਼ਾਦੀਆਂ 'ਤੇ ਜਾਂਦੇ ਸੀਗੇ, ਤੇ ਉਹ ਜਦੋਂ 1947 ਦਾ ਦੁਖਾਂਤ ਵਾਪਰਿਆ ਉਹ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ। ਇੱਥੋਂ ਤੱਕ ਕਿ ਗੱਡੀਆਂ ਦੀਆਂ ਗੱਡੀਆਂ ਜਿਹੜੀਆਂ ਪਾਕਿਸਤਾਨ ਤੋਂ ਜਿਹੜੀਆਂ ਆਈਆਂ ਸਰਦਾਰਾਂ ਦੀਆਂ, ਉਹ ਲੋਥਾਂ ਨਾਲ ਭਰੀਆਂ ਮਿਲੀਆਂ, ਤੇ ਫਿਰ ਇੱਧਰੋਂ ਵੀ ਉਹੀ ਹਾਲ ਵਾਪਰਿਆ। ਇਹ ਸਾਰਾ ਦੁਖਾਂਤ ਤੁਹਾਂ ਆਪਣੀਆਂ ਅੱਖਾਂ ਦੇ ਨਾਲ ਵਾਪਰਿਆ। ਤੁਸੀਂ ਇਹ ਪਹਿਲਾਂ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਸੀ? ਅਸੀਂ ਤਹਿਸੀਲ ਡਸਕਾ, ਜਿਹੜਾ ਕਿ ਸਿਆਲਕੋਟ ਦੀ ਤਹਿਸੀਲ ਸੀਗੀ ਜੀ ਜੀ ਜੀ, ਤੇ ਡਸਕੇ ਰਹਿੰਦੇ ਸੀਗੇ ਅਸੀਂ। ਪਿੰਡ ਸਾਡਾ ਗਾਗਾ ਸੀਗਾ, ਜਿਹੜਾ ਕਿ 3 ਕੁ ਮੀਲ ਡਸਕੇ ਸ਼ਹਿਰ ਤੋਂ। ਇਹ ਲਾਹੌਰ ਤੋਂ ਕਿੰਨਾ ਪੈ ਜਾਂਦਾ ਸੀ? ਲਾਹੌਰ ਤੋਂ 50 ਮੀਲ। ਵਾਹ ਜੀ ਵਾਹ। ਤੇ ਉਦੋਂ ਜਦੋਂ ਇਹ ਪਾਰਟੀਸ਼ਨ ਹੋਇਆ ਉਦੋਂ ਤੁਹਾਡੀ ਉਮਰ ਕਿੰਨੀ ਸੀ? 10 ਸਾਲ ਦੀ। 10 ਸਾਲ ਦੀ ਤੁਹਾਡੀ ਉਮਰ ਸੀ, ਤੇ ਇਹ ਜਿਹੜਾ ਭਾਣਾ ਵਾਪਰਿਆ ਤੁਸੀਂ ਆਪਣੇ ਅੱਖੀਂ ਵੇਖਿਆ, ਇਹ ਤੁਹਾਨੂੰ ਪਤਾ ਸੀਗਾ ਕਿ ਇਹ ਭਾਣਾ ਉਦੋਂ ਵਾਪਰ ਜਾਣਾ, ਜਾਂ ਕਿਦਾਂ ਤੁਸੀਂ ਆਪਣੇ ਜੋ ਅੱਖਾਂ ਦੇ ਨਾਲ ਵੇਖਿਆ ਉਹ ਦੱਸੋ। ਬਿਲਕੁਲ ਕੋਈ ਪਤਾ ਨਹੀਂ ਸੀਗਾ ਕਿ ਭਾਣਾ ਵਰਤਣਾ, ਬਲਕਿ ਇੱਥੋਂ ਤੱਕ ਕਿ ਅਸੀਂ ਸਕੂਲ ਦੀਆਂ ਛੁੱਟੀਆਂ ਹੋਈਆਂ ਸਨ, ਤੇ ਮੈਂ ਔਰ ਮੇਰੇ ਵੱਡੇ ਭਾਈ ਸਾਹਿਬ ਮੇਰੇ ਤੋਂ ਰਣਜੀਤ ਸਿੰਘ ਜੀ ਤੇ ਮੇਰੀ ਸਿਸਟਰ ਵੱਡੀ, ਇਹ ਅਸੀਂ ਉੱਥੋਂ ਅੰਬਾਲੇ ਆਏ ਸਾਂ, ਅੱਜ ਆ ਰਹੇ ਸਾਂ ਜੀ। ਲਾਹੌਰ ਤੋਂ ਗੱਡੀ ਤੇ ਚੜ੍ਹਨਾ ਸੀਗਾ ਅਸੀਂ। ਅੰਬਾਲੇ ਕੀ ਕਰਨ ਨੂੰ ਆ ਰਹੇ ਸੀ? ਕੌਣ ਰਹਿੰਦਾ ਸੀ ਉੱਥੇ? ਅੰਬਾਲੇ ਮੇਰੇ ਵੱਡੇ ਭਾਈ ਸਾਹਿਬ ਤੇ ਵੱਡੇ ਪਿਤਾ ਜੀ ਆਏ ਸਨ ਪਹਿਲੇ ਪਾਕਿਸਤਾਨ ਤੋਂ। ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਇਹ ਭਾਣਾ ਵਾਪਰ ਜਾਣਾ, ਆਪਣਾ ਵਰਤਣਾ। ਤੇ ਸਾਡੀ ਗੋਆਲ ਮੰਡੀ ਲਾਹੌਰ ਦੇ ਵਿੱਚ ਦੁਕਾਨ ਸੀਗੀ ਸ਼ੂਆਂ ਦੀ। ਵਾਹ ਜੀ ਵਾਹ। ਤੇ ਉਹ ਸ਼ੂ ਜਿਹੜੇ ਸਨ ਇਸ ਵੇਲੇ ਸਾਨੂੰ ਇੰਗਲੈਂਡ ਤੋਂ ਡਿਲੀਵਰੀ ਆ ਰਹੀ ਸੀਗੀ, ਜਿਹੜੀ 2 ਕਨਸਾਈਨਮੈਂਟ ਸਨ। ਇੱਕ ਕਨਸਾਈਨਮੈਂਟ ਸਾਡੀ ਲੁੱਟੀ ਗਈ, ਇੱਕ ਕਨਸਾਈਨਮੈਂਟ ਸਾਨੂੰ ਅੰਬਾਲੇ ਮਿਲੀ। ਤੁਹਾਡੀ ਮੈਂ ਇੱਥੇ ਗੱਲ ਰੋਕਦਾ ਕਿ ਉਹਨਾਂ ਸਮਿਆਂ ਦੇ ਵਿੱਚ 1947 ਦੇ ਵਿੱਚ, ਪਿਆਰੇ ਦਰਸ਼ਕੋ ਹਿਸਾਬ ਲਾ ਲਓ ਕਿ ਸ਼ੂਆਂ ਦਾ ਕੰਮ ਕਰਦੇ ਸੀ ਤੇ ਡਿਲੀਵਰੀ ਇੰਗਲੈਂਡ ਤੋਂ ਉੱਥੇ ਜਾ ਰਹੀ ਹੈ। ਅੰਦਾਜ਼ਾ ਤੁਸੀਂ ਲਾ ਲਓ ਕਿ ਕਿੱਡਾ ਵੱਡਾ ਇਹਨਾਂ ਦਾ ਬਿਜ਼ਨਸ ਹੋਊ ਉਹਨਾਂ ਸਮਿਆਂ ਦੇ ਵਿੱਚ। ਹਾਂਜੀ, ਤੇ ਇੱਕ ਡਿਲੀਵਰੀ ਤੁਹਾਡੀ ਲੁੱਟੀ ਗਈ ਤੇ ਇੱਕ ਬਚ ਗਈ। ਇੱਕ ਬਚ ਗਈ ਜਿਹੜੀ ਅੰਬਾਲੇ ਆਈ, ਤੇ ਅਸੀਂ ਦੁਕਾਨਾਂ ਖਾਲੀ ਪਈਆਂ ਸਨ, ਉਹਨਾਂ ਦੇ ਅੱਗੇ ਫੜੀਆਂ ਲਾ ਕੇ ਤੇ ਵੇਚਦੇ ਹੁੰਦੇ ਸਨ, ਜਿੰਨੇ ਮਰਜ਼ੀ ਪ੍ਰਾਈਸ ਸੀ, ਜਿਹੜਾ ਵੀ ਗਾਹਕ ਕੋਈ ਵੀ ਪ੍ਰਾਈਸ ਤਾਂ ਉਹਨਾਂ ਤੋਂ ਵੇਚ ਦੇਣਾ। ਉਹਨਾਂ ਨੂੰ ਖਤਮ ਕੀਤਾ। ਤੇ ਜਦੋਂ ਤੁਸੀਂ ਇਹ ਆਪਣਾ ਉੱਥੇ ਸੀਗੇ, ਜਦੋਂ ਤੁਸੀਂ 10 ਸਾਲਾਂ ਦੇ ਸੀ, ਤੇ ਜਦੋਂ ਇਹ ਭਾਣਾ ਵਾਪਰਿਆ ਤੇ ਤੁਹਾਡੇ ਨਾਲ ਜਿਹੜੇ ਪੜ੍ਹਦੇ ਸੀ ਮੁਸਲਮਾਨ ਵੀਰ, ਤੇ ਪਹਿਲਾਂ ਤਾਂ ਆਪਾਂ ਇਹ ਗੱਲ ਕਰੀਏ ਪੜ੍ਹਨ ਤੋਂ ਪਹਿਲਾਂ ਕਿ ਜਦੋਂ ਇਕੱਠੇ ਸੀਗੇ ਉੱਥੇ ਮੁਸਲਮਾਨ ਸਰਦਾਰ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਕੀ ਜਦੋਂ ਇਕੱਠੇ ਖੇਡਦੇ, ਸਕੂਲੇ ਇਕੱਠੇ ਜਾਂਦੇ, ਵਿਆਹਾਂ ਸ਼ਾਦੀਆਂ ਤੇ ਜਾਣ ਆਉਣ ਸੀ? ਬਿਲਕੁਲ ਵਿਆਹਾਂ ਸ਼ਾਦੀਆਂ ਤੇ ਜਾਣ ਆਉਣ ਸੀਗਾ। ਮੇਰੀ ਵੱਡੀ ਸਿਸਟਰ ਦੀ ਵਿਆਹ ਹੋਇਆ ਸੀਗਾ ਮੇਰੀ ਯਾਦਾਸ਼ਤ ਵਿੱਚ ਡਸਕੇ, ਤੇ ਉਸ ਦੇ ਵਿੱਚ ਸਾਰੇ ਮੁਸਲਮਾਨ ਵੀ ਜਿਹੜੇ ਗੁਆਂਢੀ ਸਨ ਉਹਨਾਂ ਦਾ ਵੀ ਆਉਣਾ ਜਾਣ ਰਿਹਾ। ਹਾਂਜੀ, ਬਕਾਇਦਾ ਸਾਡੇ ਨਾਲ ਬਹੁਤ ਅੱਛੇ ਸਨ, ਨਾਲ ਦੇ ਗੁਆਂਢੀ ਜਿਹੜੇ ਸਨ ਬਹੁਤ ਅੱਛੇ ਸਨ, ਇੱਕ ਦੂਜੇ ਨਾਲ ਮਿਲਣ ਵਰਤਨ ਸੀ, ਵਿਆਹਾਂ ਸ਼ਾਦੀਆਂ ਤੇ ਜਾਣਾ ਬਹੁਤ ਅੱਛੀ। ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਸੀ, ਕੋਈ ਮਹਿਸੂਸ ਨਹੀਂ ਸੀ ਕਿਸੇ ਨੂੰ। ਜੇ ਹੁਣ ਇਹ ਭਾਣਾ ਵਰਤਿਆ ਸੀਗਾ ਤੇ ਮਹਿਸੂਸ ਹੀ ਹੋਈ ਸੀਗਾ ਕਿ ਅਸੀਂ
ਜਾ ਰਹੇ ਹਾਂ ਛੱਡ ਕੇ ਤੇ ਮੁੜ ਵਾਪਸ ਆ ਜਾਣਾ ਆਪਣੇ ਘਰਾਂ ਦੇ ਵਿੱਚ। ਅੱਛਾ, ਤੁਸੀਂ ਇਹ ਸੋਚਿਆ ਵੀ ਰੌਲੇ ਰੱਪੇ ਪੈਂਦੇ ਹੁੰਦੇ ਆ ਆਹ ਤੇ ਜਾਣਾ ਵਾ ਤੇ ਫਿਰ ਆ ਜਾਣਾ। ਫੇਰ ਆ ਜਾਣਾ। ਤੇ ਜਦੋਂ ਤੁਸੀਂ ਚੱਲੇ ਆ ਤੇ ਤੁਸੀਂ ਜਿਹੜੇ ਤੁਹਾਡੇ ਗਵਾਂਢੀ ਸੀ ਜਾਂ ਸੱਜਣ ਬੇਲੀ ਸੀ ਉਹਨਾਂ ਦੀਆਂ ਅੱਖਾਂ 'ਚ ਅਥਰੂ ਨਾ ਆਏ ਜਾਂ ਕੋਈ? ਉਹ ਅਥਰੂ ਇਦਾਂ ਆਏ ਕਿ ਮੇਰਾ ਭਤੀਜਾ ਇੱਕ ਛੋਟਾ ਸੀਗਾ ਜੀ, ਉਸ ਨੂੰ ਬਕਾਇਦਾ ਚੁੱਕ ਕੇ ਜੀ, ਉਹ ਕੈਂਪ ਵਿੱਚ ਛੱਡਣ ਆਏ ਤੇ ਰੋਂਦੇ ਪਿੱਟਦੇ, ਤੇ ਉਹਨਾਂ ਦੀ ਇਹ ਸੀਗੇ ਕਿ ਆਵਾਜ਼ ਜਨਾ ਮਰ ਜਾਏ ਜਿਹਨੇ ਰਫੜ ਪਾਇਆ। ਮੁਸਲਮਾਨ ਜਿਹੜੇ ਸਨ, ਲੀਡਰਾਂ ਨੂੰ ਹੀ ਦੋਸ਼ ਦੇਣਾ। ਲੀਡਰਾਂ ਨੂੰ ਦੋਸ਼ ਦੇਣਾ। ਤੇ ਅਸੀਂ ਤਿੰਨੇ ਭੈਣ ਭਰਾ ਲਾਹੌਰ ਆ ਗਏ ਤੇ ਲਾਹੌਰੋਂ ਸੀ ਚੜ੍ਹਨਾ ਸੀ ਟ੍ਰੇਨ ਤੇ ਅੰਬਾਲੇ ਆਉਣ ਵਾਸਤੇ। ਜਦੋਂ ਤੁਸੀਂ ਲਾਹੌਰ ਆਏ ਆ ਤੇ ਜਦੋਂ ਘਰ ਨੂੰ ਛੱਡੀਏ, ਜਦੋਂ ਪਿਆਰੇ ਦਰਸ਼ਕੋ ਬੰਦਾ ਪ੍ਰਦੇਸਾਂ 'ਚ ਆਉਂਦਾ, ਹੱਡ ਬੀਤੀਆਂ ਵਾ ਤੇ ਬੰਦੇ ਦਾ ਜਿਹੜਾ ਦਿਲ ਜਿਹੜਾ ਵਾ ਉਹ ਰੋਂਦਾ ਅੰਦਰੋਂ ਕਿ ਮੈਂ ਆਪਣਾ ਪੰਜਾਬ ਛੱਡ ਕੇ, ਆਪਣੇ ਮਾਪਿਆਂ ਨੂੰ ਛੱਡ ਕੇ, ਆਪਣੀ ਧਰਤੀ ਛੱਡ ਕੇ 7 ਸਮੁੰਦਰਾਂ ਤੋਂ ਪਾਰ ਚੱਲਿਆ ਤੇ ਬੜਾ ਮਨ ਦੇ ਵਿੱਚ ਉਬਾਲੇ ਆਉਂਦੇ ਆ। ਤੇ ਜਦੋਂ ਤੁਸੀਂ ਉੱਥੇ ਚੱਲੇ ਤੇ ਜਿਹੜੀਆਂ ਚਾਬੀਆਂ ਸੀ ਤੁਹਾਡੇ ਘਰ ਦੀਆਂ ਖੁੱਲਾ ਛੱਡਿਆ ਜਾਂ ਕਿਹਨੂੰ ਦਿਆਏ? ਨਾਲ ਦੇ ਮੈਨੂੰ ਜਿੱਦਾਂ ਪਤਾ ਨਾ, ਮੇਰੀ ਮਦਰ ਨੇ ਦੱਸਿਆ ਕਿ ਅਸੀਂ ਚਾਬੀਆਂ ਜਿਹੜੀਆਂ ਨੇ ਨਾਲ ਦੇ ਗੁਆਂਢੀਆਂ ਨੂੰ, ਮੁਸਲਮਾਨਾਂ ਨੂੰ ਦੇ ਕੇ ਆਏ ਸੀਗੇ। ਮੁਸਲਮਾਨਾਂ ਨੂੰ ਚਾਬੀਆਂ ਦੇ ਕੇ ਆਏ? ਬਿਲਕੁਲ ਘਰ ਉਸੇ ਤੇ ਹੀ ਲੱਗਾ ਆ, ਕੋਈ ਘਰ ਦੇ ਵਿੱਚੋਂ ਚੀਜ਼ ਨਹੀਂ ਸ਼ਿਫਟ ਕੀਤੀ, ਜਿਸ ਤਰ੍ਹਾਂ ਹੀ ਰਹਿੰਦੇ ਸੀਗੇ। ਸਿਰਫ ਉੱਥੋਂ ਲਿਆ ਕਿ ਜਿਹੜੇ ਕਿ ਪੈਸੇ ਵਗੈਰਾ ਸਨ, ਪੈਸੇ ਲੈ ਖਰਚਣ ਲਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬੈਂਕ ਤੇ ਘਰ ਹੀ ਹੁੰਦਾ ਸੀਗਾ। ਬਿਲਕੁਲ ਬਿਲਕੁਲ। ਕਹਿਣ ਦਾ ਮਤਲਬ ਪਿਆਰੇ ਦਰਸ਼ਕੋ, ਉਹਨਾਂ ਦਿਨਾਂ ਦੇ ਵਿੱਚ ਬੈਂਕਾਂ ਨਹੀਂ ਸੀਗੀਆਂ ਹੁੰਦੀਆਂ ਤੇ ਨਾ ਹੀ ਟੈਲੀਫੋਨਾਂ ਦਾ ਨਾਂ ਨਿਸ਼ਾਨ ਨਹੀਂ ਸੀਗਾ ਹੁੰਦਾ। ਤੇ ਤੁਸੀਂ ਜਦੋਂ ਆਪਣੇ ਖਰਚਣ ਜੋਗੇ ਜੋ ਵੀ ਪੈਸੇ ਘਰ ਦੇ ਵਿੱਚ ਉਹ ਲੈ ਲਏ, ਕੱਪੜੇ ਉਹ ਲੈ ਲਏ, ਘਰ ਭਰਿਆ, ਤੁਸੀਂ ਛੱਡ ਕੇ ਆ ਗਏ। ਘਰ ਭਰਿਆ ਤੇ ਤੁਸੀਂ ਫਿਰ ਬਾਈ ਟ੍ਰੇਨ ਆਏ ਅੰਬਾਲੇ? ਮੈਂ ਤਿੰਨ ਜਣੇ ਅਸੀਂ ਬਾਈ ਟ੍ਰੇਨ ਆਏ ਅੰਬਾਲੇ। ਕਿੱਥੋਂ ਟ੍ਰੇਨ ਫੜੀ ਤੁਸੀਂ? ਲਾਹੌਰ ਤੋਂ। ਕਿੰਨਾ 50 ਮੀਲ ਤੁਰ ਕੇ? 10 ਕੇ ਤੁਰ ਕੇ ਨਹੀਂ, ਅਸੀਂ ਤੇ ਦਸਕੇ ਤੋਂ ਬਾਈ ਬੱਸ ਆ ਗਏ ਸੀਗੇ ਲਾਹੌਰ, ਤੇ ਲਾਹੌਰ ਤੋਂ ਹੁਣ ਬਾਈ ਟ੍ਰੇਨ ਆਉਣਾ ਸੀਗਾ ਅੰਬਾਲੇ। ਲੇਕਿਨ ਜਿਸ ਵੇਲੇ ਅਸੀਂ ਉੱਥੇ ਠਹਿਰੇ ਹਾਂ ਟ੍ਰੇਨ ਲੈਣ ਵਾਸਤੇ, ਤੇ ਦੇਖਿਆ ਕਿ ਲੋਕ ਜਿਹੜੇ ਨਾ ਉਹ ਪੈਸੰਜਰਾਂ ਨੂੰ ਮਾਰ ਰਹੇ ਨੇ, ਨਾਲ ਦੇ ਜਿਹੜੇ ਉੱਥੇ ਅੱਗੇ ਪਿੱਛੇ ਆਉਂਦੇ ਪਏ ਲੋਕ, ਬਿਲਕੁਲ ਕਤਲੇਆਮ ਹੋਈ, ਚਾਲੂ ਹੋ ਗਿਆ। ਮੈਂ ਤੁਹਾਡੀ ਗੱਲ ਇੱਥੇ ਰੁਕਦਾ ਕਿ ਜਦੋਂ ਤੁਸੀਂ ਦੱਸਿਆ, ਗੱਲ ਕਰਦੇ ਹਾਂ ਲਾਹੌਰ ਦੀ, ਤੇ ਇਹਨਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਨ ਮਨਾ ਰਹੇ ਵਰਲਡ ਦੇ ਕੋਨੇ 'ਚ, ਗੁਰੂ ਨਾਨਕ ਨਾਮ ਲਿਖਿਆ। ਤੇ ਜਿਹੜਾ ਉਥੋਂ ਡੇਰਾ ਸਾਹਿਬ ਸੀਗਾ ਗੁਰੂ ਅਰਜਨ ਦੇਵ ਦਾ ਸ਼ਹੀਦੀ ਸਥਾਨ, ਉਹ ਤੁਹਾਡੇ ਘਰ ਤੋਂ ਕਿੰਨਾ ਕੁ ਦੂਰ ਸੀ ਤੁਹਾਡੇ? ਉਹ ਵੀ ਇੱਦਾਂ ਕਿੱਦਾਂ 50 ਕੁ ਮੀਲ ਦੇ ਕਰੀਬਨ ਫਾਸਲੇ ਤੇ ਸੀਗੇ। ਡੇਰਾ ਵੀ ਉਹ ਇੱਕ ਸਾਈਡ ਤੇ ਹੋ ਜਾਂਦਾ ਸੀਗਾ, ਡੇਰਾ ਬਾਬਾ ਨਾਨਕ। ਤੇ ਠੀਕ ਤੁਹਾਡੀ ਗੱਲ। ਜਦੋਂ ਤੁਸੀਂ ਉੱਥੇ ਆ ਗਏ ਸਟੇਸ਼ਨ ਤੇ ਤੁਸੀਂ ਵੇਖਿਆ ਕਿ ਉੱਥੇ ਕਤਲੋਗਾਰ ਤਿਆਰੀ ਸੀ, ਤੁਸੀਂ ਆਪਣੇ ਅੱਖਾਂ ਦੇ ਨਾਲ ਵੇਖਿਆ, ਲੋਥਾਂ ਕਿੰਨੀਆਂ ਕੁ ਪਈਆਂ ਸੀ? ਕਿੱਦਾਂ ਤੋਂ ਉਸ ਵੇਲੇ ਨੱਸ ਭੱਜ ਗਏ, ਜਿਸ ਤਰ੍ਹਾਂ ਵੀ ਹੈ। ਟ੍ਰੇਨ ਬਿਲਕੁਲ ਫੁੱਲ ਸੀਗੀ ਤੇ ਅਸੀਂ ਕਿਸਮ ਦਾ ਜ਼ਬਰਦਸਤੀ ਟ੍ਰੇਨ ਦੇ ਵਿੱਚ ਵੜੇ। ਜਦੋਂ ਤੁਸੀਂ ਟ੍ਰੇਨ ਦੇ ਵਿੱਚ ਵੜਨ ਤੋਂ ਪਹਿਲਾਂ ਤੁਸੀਂ ਵੇਖਿਆ ਕਿ ਲੋਥਾਂ ਦੇ ਡੈੱਡ ਬਾਡੀਆਂ ਦੇ ਢੇਰ ਲੱਗੇ ਪਏ? ਲੋਥਾਂ ਜਿਹੜੀਆਂ ਅਸੀਂ ਵੇਖੀਆਂ ਨੇ ਜਦੋਂ ਟ੍ਰੇਨ ਸਾਡੀ ਟੁੱਟ ਪਈ ਹੈ ਨਾ, ਤੇ ਜਿਹੜੇ ਟ੍ਰੇਨ ਦੇ ਟਰੈਕ ਸਨ ਨਾ, ਉਹਨਾਂ ਦੇ ਵਿੱਚ ਲੋਥਾਂ ਪਈਆਂ ਸਨ ਤੇ ਲੋਕ ਬਿਲਕੁਲ ਇੱਦਾਂ ਕਿ ਕੋਈ ਟ੍ਰੇਨ। ਫਿਰ ਉਸ ਤੋਂ ਬਾਅਦ ਸਾਡੀ ਇੱਕ ਟ੍ਰੇਨ ਇਹੋ ਜਿਹੜੀ ਅਸੀਂ ਲਾਹੌਰ ਤੋਂ ਅੰਬਾਲੇ ਆਏ ਹਾਂ ਕਲੀਅਰ। ਇਹ ਟ੍ਰੇਨ ਦਾ ਟੂਰ, ਟ੍ਰੇਨ ਦਾ ਰੂਟ ਹੀ ਸੀਗਾ ਲਾਹੌਰ ਤੋਂ ਅੰਬਾਲੇ। ਤੇ ਉਹ ਅੰਬਾਲੇ ਅਸੀਂ ਆ ਗਏ ਹਾਂ, ਲੇਕਿਨ ਉਸ ਤੋਂ ਬਾਅਦ ਕੋਈ ਟ੍ਰੇਨ ਜਿਹੜੀਆਂ ਪਿੱਛੇ ਭਰੀ ਗਈਆਂ ਸਨ ਆਉਣ ਵਾਸਤੇ, ਉਹਨਾਂ ਨੂੰ ਫਿਰ ਉਹਨਾਂ ਨੇ ਅੰਦਰ ਵੜ ਕੇ ਨਾ ਟ੍ਰੇਨਾਂ ਦੇ ਮਾਰਿਆ। ਕੋਈ ਟ੍ਰੇਨ ਸਾਬਤ ਨਹੀਂ ਆਈ। ਤੁਹਾਡੇ ਕਹਿਣ ਦਾ ਮਤਲਬ ਜਿੰਨੀਆਂ ਵੀ ਟ੍ਰੇਨਾਂ ਆਈਆਂ ਡੈੱਡ ਬਾਡੀਆਂ ਨਾਲ ਭਰੀਆਂ? ਡੈੱਡ ਬਾਡੀਆਂ ਨਾਲ ਭਰੀਆਂ। ਪਿਆਰੇ ਦਰਸ਼ਕੋ, ਅਸੀਂ ਵੀ ਸੁਣਦੇ ਹਾਂ ਛੋਟੇ ਹੁੰਦੇ ਕਿ ਜਦੋਂ ਪਾਰਟੀਸ਼ਨ ਹੋਇਆ, ਉਧਰੋਂ ਜਦੋਂ ਟ੍ਰੇਨਾਂ ਭਰ ਕੇ ਡੈੱਡ ਬਾਡੀਆਂ ਦੀਆਂ ਆਈਆਂ ਤੇ ਇਹਨਾਂ ਦੇ ਵਿੱਚ ਵੀ ਰੋਸ ਜਾਗਿਆ, ਫਿਰ ਇਧਰੋਂ ਵੀ ਕਤਲੇਗਾਰ ਸ਼ੁਰੂ ਹੋ ਗਈ। ਤੇ ਇਹ ਹੈ ਜੀਂਦੀ ਜਾਦੀ ਅੱਖੀ ਡਿਠਾਲ, ਇਹਨਾਂ ਨੇ ਵੇਖਿਆ ਰੀਅਲ ਸਟੋਰੀ। ਤੇ ਉਹ ਜਦੋਂ ਡੈੱਡ ਬਾਡੀਆਂ ਭਰੀਆਂ ਆਈਆਂ ਤੇ ਤੁਸੀਂ ਆਪਣੇ ਅੱਖੀਂ ਵੇਖੀਆਂ? ਆਪਣੇ ਅੱਖੀਂ ਵੇਖੀਆਂ। ਉਸ ਤੋਂ ਬਾਅਦ ਫਿਰ ਸਿੱਖਾਂ ਨੇ ਵੀ, ਹਿੰਦੂਆਂ ਨੇ ਵੀ, ਸਿੱਖਾਂ ਨੇ ਵੀ ਮਿਲ ਕੇ
ਇਹੋ ਕੁਛ ਕੀਤਾ। ਜੋ ਉੱਧਰੋਂ ਆਇਆ ਸੀ। ਜੋ ਉਧਰੋਂ ਆਈਆਂ, ਇਧਰੋਂ ਇਹਨਾਂ ਨੇ ਵੀ ਟ੍ਰੇਨਾਂ ਜਿਹੜੀਆਂ ਨੇ ਵੱਟ ਕੱਢ ਕੇ ਭੇਜੀਆਂ। ਸੋ ਉਸ ਪਿਆਰੇ ਤੋਂ ਬਾਅਦ- ਦਰਸ਼ਕੋ, ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਸ਼ੈਤਾਨ ਬੰਦੇ ਹੁੰਦੇ ਹਨ, ਵੇਖੋ ਕਿ ਕਿੰਨੀਆਂ ਕਿੰਨੀਆਂ ਮੁਸੀਬਤਾਂ ਆਈਆਂ ਕੌਮਾਂ ਦੇ ਉੱਤੇ। ਜਿਹੜੇ ਸ਼ੈਤਾਨ ਬੰਦੇ ਉਹ ਸ਼ੈਤਾਨੀ ਕਰਕੇ ਜਿਹੜੇ ਉਹ ਆਪ ਲਾਂਭੇ ਹੋ ਜਾਂਦੇ ਆ, ਆਂਦੇ ਆ ਅੱਗ ਲਾਈ ਤੇ ਡੱਬੂ ਕੋਠੇ ਤੇ। ਉਹੀ ਹਾਲ ਹੋਇਆ ਕਿ ਪਤਾ ਨਹੀਂ ਕਿਹੜੀ ਸਾਜ਼ਿਸ਼ ਦੇ ਨਾਲ ਜਿਹੜੇ ਆ ਹਿੰਦੂ ਵੀਰਾਂ ਨੂੰ ਜਾਂ ਸਰਦਾਰਾਂ ਨੂੰ ਵੱਢ ਵੱਢ ਕੇ ਗੱਡੀਆਂ ਭਰ ਕੇ ਇੱਧਰ ਭੇਜੀਆਂ। ਤੇ ਇਹ ਇੱਕ ਸੁਭਾਗ ਸੀ ਜਦੋਂ ਗੱਡੀਆਂ ਦੇ ਵਿੱਚ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਉਡੀਕ ਰਹੇ ਸੀ, ਖੋਲ ਕੇ ਵੇਖਿਆ ਤੇ ਲੋਥਾਂ ਹੀ ਲੋਥਾਂ। ਤੇ ਫਿਰ ਇੱਧਰੋਂ ਵੀ 404 ਦੱਸਦੇ ਆ ਕਿ ਫਿਰ ਇੰਨੀ ਕਤਲੋ ਗਾਰਤ ਹੋ ਗਈ। ਉਹ ਜਿਹੜਾ ਹਾਲ ਜਦੋਂ ਗੱਡੀਆਂ ਭਰ ਕੇ ਲੋਥਾਂ ਦੀਆਂ ਵੇਖੀਆਂ ਤੇ ਮੁੜ ਕੇ ਇੱਧਰੋਂ ਵੀ ਜਿਹੜੀ ਆ ਕਤਲੇ ਗਾਰਤ ਸ਼ੁਰੂ ਹੋ ਗਈ। ਉਹਦੇ ਬਾਰੇ 1-2 ਮਿੰਟ ਦੱਸੋ ਕਿ ਉਹ ਫਿਰ ਤੁਸੀਂ ਅੱਖਾਂ ਨਾਲ ਵੇਖਿਆ ਕੀ ਹੋ ਰਿਹਾ ਸੀ, ਕਿੱਦਾਂ ਲੋਕੀ ਭੱਜ ਭੱਜ ਕੇ ਜਾਨ ਬਚਾ ਰਹੇ ਸੀ। ਉਹ ਫਿਰ ਮਤਲਬ ਇਹ ਕਿ ਜਿਹੜੇ ਮੁਸਲਮਾਨ ਸਨ ਉਹ ਵੀ ਇਸੇ ਤਰ੍ਹਾਂ ਨੱਸ ਕੇ ਕਿਸੇ ਨਾ ਕਿਸੇ ਪਾਸੇ ਲੁੱਕ ਲਗਾ ਕੇ ਬਚਦੇ ਸਨ। ਬਾਕੀ ਕੁਛ ਕਾਫਲਿਆਂ ਦੇ ਵਿੱਚ ਆ ਗਏ ਜਿਹੜੇ ਉਹ ਬਚ ਗਏ। ਤੇ ਬਾਕੀ ਜਿਹੜੇ ਟ੍ਰੇਨਾਂ ਤੇ ਸਨ ਚੜ੍ਹੇ ਹੋਏ ਉਹ ਇਹਨਾਂ ਨੇ ਆਪਣਾ ਘੱਟ ਵੱਧ ਕੀਤੀ ਜ਼ਰੂਰ ਹੈ। ਉਹ ਇਸ ਕਰਕੇ ਕੀਤੀ ਕਿ ਉਧਰੋਂ ਟ੍ਰੇਨਾਂ ਕੱਟੀਆਂ ਵੀ ਆਉਂਦੀਆਂ ਸਨ। ਜਿਸ ਲਈ ਇਹਨਾਂ ਨੇ ਕੱਟ ਕੇ ਟ੍ਰੇਨਾਂ ਭੇਜੀਆਂ, ਫਿਰ ਉਧਰੋਂ ਕੱਟਣੀਆਂ ਟ੍ਰੇਨਾਂ ਬੰਦ ਹੋ ਗਈਆਂ ਪਾਕਿਸਤਾਨ ਤੋਂ। ਫਿਰ ਟ੍ਰੇਨ ਕੋਈ ਕੱਟੀ ਨਹੀਂ ਆਈ। ਜਿਹੜੇ ਫਿਰ ਇਹਨਾਂ ਵੀ ਥੋੜਾ ਜਿਹਾ ਸੰਜਮ ਤੋਂ ਕੰਮ ਲਿਆ। ਤੇ ਜਦੋਂ ਇਹ ਤੁਸੀਂ ਸਾਰਾ ਕੁਝ ਵੇਖਿਆ, ਤੁਸੀਂ ਤੇ ਇਸ ਕਰਕੇ ਆਏ ਸੀ ਆਪਣੀਆਂ ਚਾਬੀਆਂ ਘਰ ਦੀਆਂ ਮੁਸਲਮਾਨ ਗਵਾਂਢੀ ਨੂੰ ਫੜਾ ਕੇ ਕਿ ਅਸੀਂ ਆ ਜਾਣਾ। ਮੁੜ ਕੇ ਉਹ ਤੋਂ ਬਾਅਦ ਕੀ ਹੋਇਆ? ਤੁਸੀਂ ਫਿਰ ਅੰਬਾਲੇ ਹੀ ਵੱਸ ਗਏ ਜਾਂ ਕਿ ਫਿਰ ਵੀ ਤੁਸੀਂ ਉੱਥੇ ਪਾਕਿਸਤਾਨ ਗਏ? ਨਹੀਂ, ਫਿਰ ਪਾਕਿਸਤਾਨ ਕੁਛ ਅਰਸੇ ਦੇ ਬਾਅਦ ਗਏ, ਲੇਕਿਨ ਅੰਬਾਲੇ ਵੱਸ ਗਏ। ਕਿੰਨੇ ਸਾਲਾਂ ਬਾਅਦ ਫਿਰ ਪਾਕਿਸਤਾਨ ਆਪਣਾ ਘਰ ਵੇਖਣ ਪਾਕਿਸਤਾਨ ਗਏ? ਕੋਈ 25-30 ਸਾਲ ਦੇ ਬਾਅਦ ਘਰ ਜਾ ਕੇ ਵੇਖਿਆ। ਘਰ ਉਸੇ ਤਰ੍ਹਾਂ ਸੀ? ਉਸੇ ਤਰ੍ਹਾਂ ਹੀ ਘਰ ਸੀਗਾ। ਘਰ ਜਿਹੜਾ ਬਿਲਕੁਲ ਟੱਚ ਨਹੀਂ ਸੀ ਕੀਤਾ ਆ, ਔਰ ਉਹਦੇ ਵਿੱਚ ਬੰਦੇ ਰਹਿੰਦੇ ਸੀ ਜਿਹੜੇ ਜਦੋਂ ਅਸੀਂ ਗਏ ਆ। ਤੇ ਜਦੋਂ ਤੁਸੀਂ ਆਪਣਾ ਘਰ ਵੇਖਿਆ ਤੇ ਪਿਆਰੇ ਦਰਸ਼ਕੋ, ਕੁਦਰਤ ਦੀਆਂ ਸੁਭਾਵਿਕ ਆ, ਕਿਉਂਕਿ ਇਹਨਾਂ ਦੀਆਂ ਵੇਖ ਰਹੇ ਜੇ ਅੱਖਾਂ ਦੇ ਵਿੱਚ ਉਹ ਸੀਨ ਜਿਹੜਾ ਘੁੰਮ ਰਿਹਾ ਵਾ, ਜਿੱਦਾਂ ਇੱਕ ਫਿਲਮ ਘੁੰਮ ਰਹੀ ਆ। ਵਿਰਾਗ ਆ ਗਿਆ ਇਹਨਾਂ ਦੀਆਂ ਅੱਖਾਂ ਦੇ ਵਿੱਚ। ਗੁਰੂ ਪਿਆਰਿਓ, ਛੋਟੀ ਜੀ ਗੱਲ ਨਹੀਂ। ਇੱਕ ਕਹਾਵਤ ਆ ਕਿ ਜਿਸ ਤਨ ਲੱਗੀਆਂ ਸੋਈ ਹੋ ਜਾਣੇ। ਗੁਰੂ ਪਿਆਰਿਓ, ਉੱਥੇ ਜਦੋਂ ਤੁਸੀਂ ਜੰਮੇ ਪਲੇ, ਫਿਰ ਤੁਸੀਂ 25 ਸਾਲ ਬਾਅਦ ਉਹ ਘਰ ਗਏ ਤੇ ਉਹਨਾਂ ਲੋਕਾਂ ਨੇ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕੀਤਾ? ਉਹ ਘਰ ਦੇ ਵਿੱਚ ਕੌਣ ਰਹਿਣ ਡਿਆ ਸੀ ਤੁਹਾਡੇ? ਮੁਸਲਮਾਨ ਸਨ ਉਸ ਘਰ 'ਚ ਰਹਿੰਦੇ, ਔਰ ਉਹ ਹੈ ਸੀਗਾ ਤੁਸੀਂ ਦੱਸ ਰਹੇ ਐਮਐਲਏ ਕੋਲ? ਐਮਐਲਏ ਸੀਗਾ। ਹਾਂਜੀ ਹਾਂਜੀ। ਔਰ ਐਮਐਲਏ ਗਿਆ ਸੀ ਮੀਟਿੰਗ ਤੇ ਸਾਨੂੰ ਉਸ ਦੀ ਲੜਕੀ, ਉਸ ਦੀ ਵਾਈਫ ਤੇ ਉਸ ਦਾ ਲੜਕਾ ਮਿਲਿਆ। ਬੜੀ ਉਹਨਾਂ ਨੇ ਸਾਡੀ ਇੱਜ਼ਤ ਕੀਤੀ। ਅਸੀਂ ਕੁਦਰਤੀ ਕਾਰ ਖਲਾਈ ਰੋਕੀ ਉੱਥੇ ਸਟੇਸ਼ਨ ਤੇ, ਆਪਣਾ ਅੱਡਾ ਜਿਹਨੂੰ ਕਹਿੰਦੇ ਸਨ, ਬੱਸਾਂ ਦਾ ਅੱਡਾ, ਉੱਥੇ ਖੜੀ ਕੀਤੀ। ਤੇ ਇੱਧਰ ਉੱਧਰ ਵੇਖਦੇ ਪਏ ਸਾਂ ਕਿ ਇਹ ਕੀ ਇੱਥੇ ਬਦਲ ਗਿਆ ਹੈ। ਇੱਕ ਔਰਤ ਫਟਾਫਟ ਸਾਡੇ ਕੋਲ ਆਈ, ਕਹਿੰਦੀ ਭਾਜੀ ਕੀ ਦੇਖ ਰਹੇ ਹੋ? ਕਹਿੰਦੇ ਮੈਂ ਅਸੀਂ ਦੇਖ ਰਿਹਾ। ਕਿੱਥੇ ਰਹਿੰਦੇ ਹੋ? ਮੈਂ ਫਲਾਣੇ। ਕਹਿੰਦੇ ਚਲੋ ਮੈਂ ਤੁਹਾਨੂੰ ਲੈ ਕੇ ਜਾਂਦੀ ਹਾਂ। ਉਹ ਸਾਨੂੰ ਘਰ ਛੱਡ ਕੇ ਗਈ, ਜਿਹੜਾ ਕਿ ਘਰ ਅਸੀਂ ਰੋਜ਼ ਆਉਂਦੇ ਜਾਂਦੇ ਸੀਗੇ, ਤੇ ਥੋੜ੍ਹਾ ਬਹੁਤਾ ਬਦਲ ਗਿਆ ਸੀ, ਤੇ ਇਸ ਕਰਕੇ ਉਹ ਉਸੇ ਗਲੀ 'ਚ ਰਹਿੰਦੀ ਸੀਗੀ। ਤੇ ਉੱਥੇ ਸਾਨੂੰ ਉਹਨਾਂ ਨੇ ਤੁਹਾਨੂੰ ਚਾਹ ਪਾਣੀ ਪੁੱਛਿਆ? ਚਾਹ ਪਾਣੀ ਪੁੱਛਿਆ ਕਿ ਪਿਲਾਇਆ। ਰੋਟੀ ਨਹੀਂ ਖਾਧੀ ਅਸੀਂ, ਕਿਉਂਕਿ ਅਸੀਂ ਬਸ ਉੱਥੇ ਥੋੜੀ ਦੇਰ। ਕਿੰਨਾ ਚਿਰ ਰਹੇ ਉੱਥੇ? ਉੱਥੇ ਕੁਝ ਘੰਟਾ ਕੁ ਰਹੇ ਹੋਵਾਂਗੇ, 2 ਘੰਟੇ ਰਹੇ ਹੋਵਾਂਗੇ। ਤੁਹਾਡੇ ਨਾਲ ਜਿਹੜੇ ਪੜ੍ਹਦੇ ਸੀਗੇ ਮੁੰਡੇ, ਜਿਹੜੇ ਖੇਡਦੇ ਰਹੇ, ਉਹ ਮਿਲਿਆ? ਉਹ ਕੁਦਰਤੀ ਇੱਕ ਤੇ ਗਿਆ ਸੀ ਗੁਜਰਾਂ ਵਾਲੇ, ਤੇ ਇੱਕ ਵੱਡਾ ਜਿਹੜਾ ਸ਼ਹੀਦਾ ਸੀਗਾ ਉਹ ਮਰ ਗਿਆ ਸੀ। ਦੋ ਇਹ ਸਾਨੂੰ ਇਹ ਨਹੀਂ ਮਿਲੇ। ਤੇ ਫਿਰ ਅਸੀਂ ਉਥੋਂ ਉਹ ਲੜਕੀ ਜਿਹੜੀ ਸੀ ਉਹ ਆਪਣੇ ਘਰ ਲੈ ਕੇ ਗਈ ਜੀ, ਮੇਰੇ ਘਰ ਵੀ ਚੱਲੋ, ਨਾਲ ਲੱਗੇ ਥੋੜੀ ਦੂਰ ਸੀਗਾ। ਉੱਥੇ ਵੀ ਗਏ, ਉੱਥੇ ਵੀ ਉਹਨੇ ਕੋਕਾ ਕੋਲਾ ਗੱਲ ਦੇ ਆ ਕੇ ਬਹੁਤ ਤੁਹਾਡੀ ਜਿਹੜੀ ਆ ਸੇਵਾ ਕੀਤੀ। ਤੇ ਗੱਲ ਆਪਾਂ ਇਹ ਕਰਦੇ ਆ ਅੰਕਲ ਜੀ ਕਿ ਜਦੋਂ ਤੁਸੀਂ ਮੁੜ ਕੇ ਅੰਬਾਲੇ ਰਹੇ, ਆਪਣਾ ਉੱਥੇ ਕੁਦਰਤੀ ਗੱਲ ਹੈ, ਔਰ ਜਾਣਾ ਵੀ ਕਿੱਥੇ ਸੀਗਾ, ਜਦੋਂ ਤੁਸੀਂ ਅੰਬਾਲੇ ਵੱਸ ਗਏ ਤੁਸੀਂ, ਤੇ ਉਹ ਮੁੜ ਕੇ ਤੁਸੀਂ ਇੱਧਰ ਜਦੋਂ ਇੰਗਲੈਂਡ ਦੇ ਵਿੱਚ ਆਏ, ਆਉਣ ਤੋਂ ਪਹਿਲਾਂ ਤੁਸੀਂ ਅੰਬਾਲੇ ਕੰਮ ਕੀ ਕਰਦੇ ਸੀ?
ਮੈਂ ਇਲੈਕਟ੍ਰੀਕਲ ਇੰਜੀਨੀਅਰ ਦਾ ਇੱਕ ਕੋਰਸ ਕਰਦਾ ਸੀਗਾ, ਇੱਕ ਬੜੀ ਵੱਡੀ ਹੈ ਸੀਗਾ ਕੰਪਨੀ ਵਰਕਸ਼ਾਪ ਸੀਗਾ ਜੀ ਜੀ, ਤੇ ਉੱਥੇ ਮੈਂ ਕੰਮ ਸਿੱਖਦਾ ਸੀਗਾ। ਅੰਬਾਲੇ ਰਹਿ ਕੇ ਅੰਬਾਲੇ, ਉੱਥੋਂ ਫਿਰ ਅੰਬਾਲੇ ਮੈਂ ਰਹਿ ਕੇ ਟਰੱਕ ਸਾਡੇ ਕੋਲ ਸਨ ਬਿਲਡਿੰਗ ਮਟੀਰੀਅਲ ਸਪਲਾਈ ਜੀ ਜੀ ਦਿੱਲੀ। ਜੀ, ਉਹ ਕੁਦਰਤੀ ਇੱਕ ਡਰਾਈਵਰ ਦੇ ਨਾਲ ਜਿਹੜਾ ਕੈਲੰਡਰ ਸੀ ਨਾ, ਹਾਂਜੀ ਉਹ ਚਲਾ ਗਿਆ ਕਿਸੇ ਪਾਸ ਛੁੱਟੀ, ਤੇ ਉਹ ਮੈਨੂੰ ਵੱਡੇ ਭਾਈ ਸਾਹਿਬ ਕਹਿੰਦੇ ਕੁਝ ਦਿਨਾਂ ਵਾਸਤੇ ਇੱਥੇ ਦਿੱਲੀ ਆ ਜਾ ਤੇ ਟਰੱਕ ਦੇ ਨਾਲ ਚਲਾ ਜਾਇਆ ਕਰ। ਮੈਂ ਠੀਕ ਹੈ। ਹਾਂਜੀ, ਮੈਨੂੰ ਤਾਂ ਅੱਗੇ ਸ਼ੌਂਕ ਸੀਗਾ ਟਰੱਕ ਦੇ ਨਾਲ ਮੈਂ ਜਾਵਾਂ, ਕਿਉਂਕਿ ਪੰਜਾਬੀਆਂ ਨੂੰ ਵਾਕਿਆ ਡਰਾਈਵਰੀ ਦਾ ਬੜਾ ਸ਼ੌਂਕ ਹੈ। ਡਰਾਈਵਰ ਦਾ ਬੜਾ ਸ਼ੌਂਕ ਸੀਗਾ। ਹਾਂਜੀ ਹਾਂਜੀ, ਤੇ ਮੈਂ ਟਰੱਕ ਦੇ ਨਾਲ ਚਲਾ ਜਾਣਾ, ਪੈਟਰੋਲ ਸਟੇਸ਼ਨ ਤੇ ਚਲਾ ਕੇ ਜਾਣਾ ਟਰੱਕ ਨੂੰ। ਉਸ ਤੋਂ ਬਾਅਦ ਮੈਂ ਟਰੱਕ ਨੂੰ ਵੈਦੇ ਉਸ ਤਰ੍ਹਾਂ ਵੀ ਚਲਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਮੇਰੇ ਵੱਡੇ ਭਾਈ ਸਾਹਿਬ, ਉਹ ਡਰਾਈਵਰ ਕਿਤੇ ਛੁੱਟੀ ਗਿਆ ਤੇ ਉਹ ਟਰੱਕ ਚਲਾਉਂਦੇ ਤੇ ਪੈਟਰੋਲ ਲੈਣ ਗਏ, ਮਜ਼ਦੂਰਾਂ ਨੂੰ ਲੈਣ ਗਏ, ਤੇ ਉਹ ਚਲਾਉਂਦੇ ਪਏ ਸਨ, ਮੈਂ ਨਾਲ ਬੈਠਾ ਸੀਗਾ ਨਾ, ਮੈਂ ਚਲਾਉਂਦਾ ਪਿਆ ਸੀ। ਤੇ ਮੈਂ ਗੇਅਰ ਚੇਂਜ ਕਰਨ ਲੱਗਾ ਜਿਸ ਵੇਲੇ ਤੇ ਥੋੜਾ ਆਵਾਜ਼ ਆ ਗਈ ਖੜਖੜ ਦੀ, ਤੇ ਉਹ ਮੈਨੂੰ ਗੁੱਸੇ ਹੋਏ ਬੜੇ, ਤੈਨੂੰ ਚਲਾਉਣਾ ਨਹੀਂ ਆਉਂਦਾ ਤੇ ਤੂੰ ਕਿਉਂ ਟਰੱਕ ਤੇ ਬੈਠਦਾ, ਉਤਰ ਜਾ ਥੱਲੇ, ਇੱਥੇ ਚੱਲ ਕਾਰ ਨਾਲ ਹੀ ਸੀਗਾ, ਨਾ ਜਾ ਹੁਣ ਨਾ ਟਰੱਕ ਦੇ ਨੇੜੇ ਆਈ। ਮੈਂ ਠੀਕ ਹੈ ਜੀ, ਮੈਂ ਨਹੀਂ ਆਵਾਂਗਾ। ਪਰ ਉਹ ਮੁੰਡਾ ਕਿੰਨੇ ਸੀਗਾ, ਉਹ ਮੈਨੂੰ ਉਹਨਾਂ ਨੇ ਭੇਜਤਾ, ਤੇ ਮੈਂ ਉਹਨਾਂ ਦਿਨਾਂ 'ਚ ਕੰਪਨੀ ਇੱਕ ਦਿੱਲੀ ਸੀਗੀ, ਉੱਥੇ ਕੰਮ ਕਰਨਾ ਸ਼ੁਰੂ ਕਰਤਾ ਇਲੈਕਟ੍ਰੀਸ਼ੀਅਨ ਦਾ। ਅੱਛਾ, ਤੁਸੀਂ ਇਲੈਕਟ੍ਰੀਸ਼ੀਅਨ ਦਾ ਆਪਣਾ ਜਦੋਂ ਕੰਮ ਸ਼ੁਰੂ ਕਰ ਦਿੱਤਾ ਤੇ ਫਿਰ ਤੁਹਾਡੇ ਉੱਥੇ ਕਿਹੜੀ ਜੌਬ ਤੇ ਰਹੇ ਤੁਸੀਂ, ਫੋਰਮੈਨ ਕਿ ਸੁਪਰਵਾਈਜ਼ਰ ਦੀ ਰਹੇ? ਮੈਂ ਪਹਿਲੇ ਉੱਥੇ ਇਲੈਕਟ੍ਰੀਸ਼ੀਅਨ ਦਾ ਕੰਮ ਕੀਤਾ, ਫਿਰ ਮੈਂ ਫੋਰਮੈਨ ਰਿਹਾ। ਜਦੋਂ ਤੁਸੀਂ ਉੱਥੇ ਦਿੱਲੀ ਸੀ ਤੇ ਤੁਹਾਨੂੰ ਉੱਥੇ ਕਿੰਨੀ ਤਨਖਾਹ ਮਿਲਦੀ ਸੀ? ਕਿਉਂਕਿ ਤੁਸੀਂ ਬੜੀ ਮਿਹਨਤ ਕੀਤੀ, ਤੁਸੀਂ ਸੁਪਰਵਾਈਜ਼ਰ ਬਣੇ, ਦਿੱਲੀ ਕਿੰਨੇ ਪੈਸੇ ਮਿਲਦੇ ਸੀ ਇੰਗਲੈਂਡ ਆਉਣ ਤੋਂ ਪਹਿਲਾਂ? ਜਿਸ ਵੇਲੇ ਮੈਂ ਸੁਪਰਵਾਈਜ਼ਰ ਬਣ ਗਿਆ, ਤੁਹਾਨੂੰ ਦੱਸਿਆ ਸੀ ਸਾਰੀ ਸਟੋਰੀ ਸੁਪਰ, ਉਸ ਵੇਲੇ ਮੈਨੂੰ 450 ਰੁਪਏ ਤਨਖਾਹ ਮਿਲਦੀ ਸੀ ਮਹੀਨੇ ਦੀ ਜੀ, ਪਲੱਸ ਮੈਨੂੰ 1% ਕੰਟਰੈਕਟ ਉੱਤੇ ਕਮਿਸ਼ਨ ਮਿਲਦੀ ਸੀ। ਕਿੰਨੇ ਬਣ ਜਾਂਦੇ ਸੀ ਟੋਟਲ ਲਗਭਗ? ਮੇਰੇ ਕੁਝ 1400 1300 ਰੁਪਇਆ 13-1400 ਰੁਪਈਆ ਤੁਸੀਂ ਲੈਂਦੇ ਸੀ। ਉਦੋਂ ਕਿਹੜੀ ਸੰਨ ਦੀ ਗੱਲ ਆ? ਇਹ 64 ਦੀ ਗੱਲ ਹੈ। 64 ਦੀ ਗੱਲ ਆ। ਉਦੋਂ ਜਿਹੜੀ ਆ ਮਿਲਟਰੀ ਦੀ ਤਨਖਾਹ ਜਿਹੜੀ ਆ 10-15 ਰੁਪਏ ਮਹੀਨਾ ਸ਼ੁਰੂ ਹੁੰਦੀ ਸੀ। ਇੰਨਾ ਕੁ ਕਿ ਜਿਹੜੇ ਅਸੀਂ ਇਲੈਕਟ੍ਰੀਸ਼ੀਅਨ ਜਿਹੜੇ ਸਾਡੇ ਕੋਲ ਕੰਮ ਕਰਦੇ ਸੀਗੇ 150 ਰੁਪਏ ਤਨਖਾਹ ਸੀ ਤੇ ਇਲੈਕਟ੍ਰੀਸ਼ੀਅਨ। ਤੁਹਾਡੀ ਉਹਨਾਂ ਸਮਿਆਂ 'ਚ 1400 ਹੀ। ਤੇ ਫਿਰ ਇੱਥੇ ਇੰਗਲੈਂਡ ਆਉਣ ਦਾ ਕੀ ਸਬਬ ਬਣਿਆ? ਇੰਗਲੈਂਡ ਮੇਰਾ ਆਉਣ ਦਾ, ਇਹ ਤਨਖਾਹ ਬਣਨ ਤੋਂ ਪਹਿਲੇ ਵੱਡੇ ਭਾਈ ਸਾਹਿਬ ਨੂੰ ਮੈਂ ਕਿਹਾ ਸੀ ਕਿ ਮੈਨੂੰ ਤੁਸੀਂ ਵਾਊਚਰ ਭੇਜੋ ਤੇ ਮੈਂ ਇੰਗਲੈਂਡ ਆਉਣਾ ਚਾਹੁੰਦਾ। ਉਹਨਾਂ ਨੇ ਥੋੜੀ ਜਿਹੀ ਡਿਲੇ ਕੀਤੀ ਤੇ ਮੈਂ ਇਸ ਪੋਜੀਸ਼ਨ ਤੇ ਪਹੁੰਚ ਗਿਆ ਤੇ ਵਾਊਚਰ ਭੇਜਤਾ। ਤੇ ਫਿਰ ਮੈਂ ਪਾਪਾ ਜੀ ਨੂੰ ਕਿਹਾ ਮੈਂ ਤੇ ਜਾਣਾ ਨਹੀਂ, ਮੈਂ ਤੇ ਇੱਥੇ ਠੀਕ ਹਾਂ। ਮੈਂ ਸਲਾਹ ਕੀਤੀ ਜਿਹੜਾ ਮੇਰਾ ਇੰਜੀਨੀਅਰ ਸੀਗਾ, ਤੇ ਉਹ ਕਹਿੰਦਾ ਜੀ ਇਹ ਜਿੰਨੀ ਤਨਖਾਹ ਤੂੰ ਇੱਥੇ ਲੈ ਰਿਹਾ ਇਸ ਵੇਲੇ, ਉਹ ਉਸ ਦੇ ਮੁਤਾਬਕ ਤੇ ਤੈਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈ, ਇੱਥੇ ਤੈਨੂੰ ਚੰਗੀ ਤਨਖਾਹ ਹੈ। ਮੈਂ ਠੀਕ, ਮੈਂ ਨਾ ਕਰਤੀ। ਵੱਡੇ ਭਾਈ ਸਾਹਿਬ ਨੇ ਬੜੇ ਗੁੱਸੇ ਨਾਲ ਚਿੱਠੀ ਭੇਜੀ ਕਿ ਤੂੰ ਅਗਰ ਨਹੀਂ ਸੀ ਆਉਣਾ ਤੇ ਮੈਂ ਇਹ ਵਾਊਚਰ ਕਿਉਂ ਜ਼ਾਇਆ ਕਰਦਾ, ਕਿਸੇ ਹੋਰ ਨੂੰ ਭੇਜ ਦਿੰਦਾ। ਫਿਰ ਪਾਪਾ ਜੀ ਕਹਿੰਦੇ ਨੇ ਭਾਈ ਗੱਲ ਆ ਕਿ ਇਹ ਤੇ ਗੱਲ ਬਣੀ ਨਹੀਂ, ਤੇ ਤੂੰ ਏਦਾਂ ਕਰ ਕੋਈ 6 ਮਹੀਨੇ ਵਾਸਤੇ ਚਲਾ ਜਾ, ਦਿਲ ਲੱਗੂਗਾ ਦਿਲ ਲੱਗਾ ਤੇ ਰਹਿ ਪਈ, ਨਹੀਂ ਤੇ ਮੁੜ ਆਵੀਂ। ਅੱਛਾ ਜੀ, ਮੁੱਖ ਦੀ ਗੱਲ ਤੁਸੀਂ ਇੰਗਲੈਂਡ ਆ ਗਏ। ਮੈਂ ਇੰਗਲੈਂਡ ਆ ਗਿਆ। ਤੇ ਇੰਗਲੈਂਡ ਆ ਗਏ ਤੇ ਮੁੜ ਕੇ ਤੁਸੀਂ ਜਦੋਂ ਆਪਾਂ ਗੱਲ ਨੂੰ ਛੋਟੀ ਕਰੀਏ, ਤੁਸੀਂ ਇੱਥੇ ਨੌਕਰੀ ਲੱਭੀ? ਮੈਂ ਇੱਥੇ ਨੌਕਰੀ ਕਰਨ ਜਿੱਥੇ ਵੀ ਜਾਵਾਂ ਉਹ ਮੈਨੂੰ ਕਹਿਣ ਕਿ ਮੇਰੇ ਕੋਲ ਡਿਪਲੋਮਾ ਹੀ ਸੀਗੇ, ਤੇ ਮੇਰੇ ਕੋਲ ਇੱਥੇ ਦਾ ਕੋਈ ਇੰਗਲੈਂਡ ਦੇ ਇੱਥੇ ਯੂਨੀਅਨ ਉਹਨਾਂ ਦਿਨਾਂ ਦੇ ਵਿੱਚ ਬੜੀ ਪਾਵਰਫੁਲ ਸੀਗੀ ਇੰਗਲੈਂਡ ਦੀ। ਤੇ ਜਿਹੜਾ ਵੀ ਪ੍ਰੋਫੈਸ਼ਨਲ ਬੰਦਾ ਕੋਈ ਵੀ ਕੰਮ ਕਰਦਾ ਸੀ ਨਾ, ਉਹਦੇ ਕੋਲ ਯੂਨੀਅਨ ਦਾ ਕਾਰਡ ਜ਼ਰੂਰੀ ਹੋਣਾ ਚਾਹੀਦਾ ਸੀ। ਉਹ ਮੇਰੇ ਕੋਲ ਨਹੀਂ ਸੀਗਾ। ਹੁਣ ਮੈਂ ਜਿੱਥੇ ਜਾਵਾਂ ਉਹ ਕਹਿੰਦੇ ਤੂੰ ਸਟਾਰਟ ਕਰ ਲੈ ਅੱਜ ਹੀ। ਫਿਰ ਕਹਿੰਦੇ ਤੇਰੇ ਕੋਲ ਯੂਨੀਅਨ? ਮੈਂ ਮੇਰੇ ਕੋਲ ਯੂਨੀਅਨ ਕਾਰਡ ਨਹੀਂ ਹੈ। ਕਹਿੰਦੇ ਫਿਰ ਕਿੱਥੋਂ ਬਣਾਇਆ ਜੀ ਯੂਨੀਅਨ ਕਾਰਡ? ਇੱਕ ਦਿਨ ਕੁਦਰਤੀ ਮੈਂ ਇੱਕ ਮਸ਼ੀਨ ਤੇ ਕੰਮ ਕਰ ਰਿਹਾ ਸੀਗਾ, ਉਹ ਮਸ਼ੀਨ ਹੋ ਗਈ ਖਰਾਬ। ਤੇ ਮੈਂ ਚਾਰਜ ਸਟੈਂਡ ਨੂੰ ਕਿਹਾ ਕਿ ਭਾਈ ਤੂੰ ਮਸ਼ੀਨ ਖਰਾਬ ਹੋ ਗਈ ਆ ਤੇ ਠੀਕ ਕਰਾ ਦੇ।
ਤੇ ਬੜਾ ਔਖਾ ਜਿਹਾ ਬੋਲਿਆ, ਵਾਟਸ ਰੋਂਗ ਵਿਦ ਦਿਸ। ਮੈਂ ਉਹ ਰੋਂਗ ਤੇ ਇਹਦੇ ਵਿੱਚ ਹੈਗਾ, ਉਹ ਇੰਡੀਅਨ ਤੇ ਪਾਕਿਸਤਾਨੀਆਂ ਨਾਲ ਇਸੇ ਤਰ੍ਹਾਂ ਹੀ ਬੋਲਦੇ ਸੀਗੇ ਜੀ ਜੀ। ਤੇ ਪਾਕਿਸਤਾਨੀਆਂ ਨੇ ਤੇ ਖਰਾਬ ਕੀਤਾ ਹੋਇਆ ਸੀਗਾ, ਜਰਾ ਕੁ ਇੱਧਰੋਂ ਨਾ ਹੇਅਰ ਐਡੀ ਹੇਅਰ ਸਿਗਰਟ ਸਿਗਰਟਾਂ ਦੇ ਕੇ ਤੇ ਉਹਨਾਂ ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕੰਜਰੋ ਤੁਸੀਂ ਸਿਗਰਟਾਂ ਦੇ ਕੇ ਇਹਦਾ ਜੇਬਾਂ ਭਰ ਦਿੰਦੇ ਹੋ, ਜਾਂ ਤੇ ਮਸ਼ੀਨ ਤੁਹਾਡੀ ਖਰਾਬ ਹੋਵੇ ਤੇ ਤੁਹਾਨੂੰ ਬਿਠਾ ਦੇਵੇ ਕੁਰਸੀ ਤੇ। ਤੁਸੀਂ ਫਿਰ ਉਹ ਮਸ਼ੀਨ ਨੂੰ ਕੀ ਕੀਤਾ? ਉਹ ਮਸ਼ੀਨ ਖਰਾਬ ਜਿਸ ਹੋ ਗਈ ਤੇ ਮੈਂ ਬੁਲਾਇਆ, ਉਹ ਕਹਿੰਦਾ ਇਲੈਕਟ੍ਰੀਸ਼ੀਅਨ ਬਿਜ਼ੀ ਹੈ ਤੇ ਤੂੰ ਮਸ਼ੀਨ ਫਲੋਰ ਸਾਫ਼ ਕਰਨੀ ਸ਼ੁਰੂ ਕਰ ਦੇ। ਤੇ ਉਹਨਾਂ ਦਿਨਾਂ 'ਚ ਫਤੂਰ ਸੀਗਾ ਮੇਰਾ ਹਿੰਦੁਸਤਾਨ ਦਾ, ਮੈਂ ਸੁਪਰਵਾਈਜ਼ਰ ਉੱਥੇ ਲੱਗਾ ਤੇ ਮੈਂ ਫਲੋਰ ਸਾਫ਼ ਕਰਾਂ, ਮੈਂ ਆਮ ਨਾਟ ਗੋਇੰਗ ਟੂ ਡੂ ਦੈਟ। ਮੈਂ ਉਹਨੂੰ ਜਵਾਬ ਦਿੱਤਾ, ਮੈਂ ਆਮ ਦ ਮਸ਼ੀਨ ਆਪਰੇਟਰ, ਇਫ ਯੂ ਵਾਂਟ ਟੂ repair this machine, I can repair myself. And how you know? ਮੈਂ ਇਲੈਕਟ੍ਰੀਕਲ ਇੰਜੀਨੀਅਰ ਹਾਂ ਤੇ ਮੈਨੂੰ ਪਤਾ ਹੈ ਇਹ ਨੁਕਸਾ ਇਹਦਾ। ਕਹਿੰਦਾ I can't tell you। ਮੈਂ ਜੇ ਤੂੰ ਨਹੀਂ ਕਹਿ ਸਕਦਾ ਤੇ ਫਿਰ ਦਫਾ ਹੋ, ਤੇ ਮੈਂ ਫਲੋਰ ਨਹੀਂ ਸਾਫ਼ ਕਰਨੀ। ਥੋੜ੍ਹੀ ਦੇਰ ਦੇ ਬਾਅਦ ਇਲੈਕਟ੍ਰੀਸ਼ੀਅਨ ਆ ਗਿਆ, ਉਹ ਇੱਧਰ ਉੱਧਰ ਦੇਖਣ ਲੱਗਾ ਤੇ ਮੈਂ ਉਹਨੂੰ ਕਿਹਾ, ਮੈਂ ਤੁਹਾਨੂੰ ਦੱਸਾਂ ਕੀ ਨੁਕਸਾ। ਉਹਨੇ ਵੀ ਇੱਦਾਂ ਹੀ ਪ੍ਰੇਮ ਨਾਲ ਉਹਨੇ ਕਿਹਾ ਕਿ ਹਾਊ ਯੂ ਨੋ। ਮੈਂ ਇਲੈਕਟ੍ਰੀਕਲ ਇੰਜੀਨੀਅਰ ਹਾਂ। ਕਹਿੰਦਾ ਕੀ ਨੁਕਸਾ? ਮੈਂ ਇਹਦੇ ਇਹ ਗੇਟ ਜਿਹੜਾ ਡੋਰ ਹੈ ਇਹਦਾ ਸਿਲੈਕਟ ਸੁੱਚ ਜਿਹੜਾ ਖਰਾਬ ਹੋਇਆ ਪਿਆ, ਤੇ ਉਸ ਨੂੰ ਜਾਂ ਤਾਂ ਰਿਪੇਅਰ ਕਰ ਦੇ ਤੇ ਜਾਂ ਨਵਾਂ ਰਿਪਲੇਸ ਕਰ ਦੇ। ਹਾਂਜੀ। ਉਹਨੇ 5 ਮਿੰਟ 10 ਮਿੰਟ ਲੱਗੇ ਹੋਣਗੇ ਤੇ ਸਿਲੈਕਟਰ ਸੁੱਚ ਠੀਕ ਕਰ ਦਿੱਤਾ, ਮਸ਼ੀਨ ਚੱਲਣ ਲੱਗ ਪਈ। ਮੈਨੂੰ ਕਹਿੰਦਾ ਹੈ ਕਿ ਤੂੰ ਇੱਥੇ ਮਸ਼ੀਨ ਆਪਰੇਟਰ ਕਿਉਂ ਕਰਨਾ? ਮੈਂ ਕਿਹਾ ਮੇਰੇ ਕੋਲ ਯੂਨੀਅਨ ਕਾਰਡ ਨਹੀਂ ਹੈ, ਤੇ ਜਿੰਨਾ ਚਿਰ ਯੂਨੀਅਨ ਕਾਰਡ ਨਹੀਂ ਮੈਨੂੰ ਇਲੈਕਟ੍ਰੀਸ਼ੀਅਨ ਦੀ ਤੇ ਜੌਬ ਨਹੀਂ ਮਿਲਦੀ। ਉਹ ਕਹਿੰਦਾ ਓਕੇ, ਆਫਟਰ 2 ਵੀਕਸ, ਬੜਾ ਸ਼ਰੀਫ ਸੀਗਾ ਕੋਈ ਬੰਦਾ, ਭਲਾ ਮਾਨਸ, ਮੈਨੂੰ ਕਹਿੰਦਾ ਆਫਟਰ 2 ਵੀਕਸ ਯੂ ਕਮ ਟੂ ਫਲਾਨੀ ਰੋਡ, ਉੱਥੇ ਆਫਿਸ ਹੈ ਸਾਡਾ ਯੂਨੀਅਨ ਦਾ, ਤੇ ਮੈਂ ਤੈਨੂੰ ਰਿਕਮੈਂਡ ਕਰਾਂਗਾ। ਕਹਿਣ ਦਾ ਮਤਲਬ ਤੁਹਾਨੂੰ ਉਹ ਮੁੜ ਕੇ ਕਾਰਡ ਮਿਲ ਗਿਆ? ਮੈਨੂੰ ਕਾਰਡ ਮਿਲ ਗਿਆ। ਤੇ ਤੁਹਾਡੀ ਫਿਰ ਤਨਖਾਹ ਕਿੰਨੀ ਹੋਈ ਇੱਥੇ? ਤਨਖਾਹ ਫਿਰ ਇੱਦਾਂ ਹੋਈ ਕਿ ਮੈਂ 1-2 ਫੈਕਟਰੀਆਂ 'ਚ ਗਿਆ ਤੇ ਉੱਥੇ 22 ਪਾਉਂਡ ਤਨਖਾਹ, ਕੋਈ 23 ਪਾਉਂਡ ਤਨਖਾਹ। ਇੱਥੇ ਮੈਂ ਕੰਸਟਰਕਸ਼ਨ ਜਾਰੀ ਸੀਗੀ ਪੀਟਰਬਰਾ ਹਸਪੀਟਲ ਦੀ, ਉੱਥੇ ਗਿਆ ਤੇ ਉੱਥੇ ਮੈਨੂੰ ਟੋਟਲ ਤਨਖਾਹ ਜਿਹੜੀ 27 ਪਾਉਂਡ ਮਿਲਣੀ ਸ਼ੁਰੂ ਹੋਈ। ਮਹੀਨੇ ਦੇ ਕਿ ਵੀਕ ਦੇ? ਵੀਕ ਦੇ। ਉਹ 27 ਪਾਉਂਡ ਜਿਹੜੇ ਸਨ ਕਾਫੀ ਸਨ। ਫਿਰ ਮੈਂ ਉੱਥੇ ਇਲੈਕਟ੍ਰੀਸ਼ੀਅਨ ਲੱਗ ਗਿਆ। 3 ਮਹੀਨੇ ਦੇ ਬਾਅਦ ਮੈਂ ਇੰਚਾਰਜ ਬਣ ਗਿਆ। 27 ਪਾਉਂਡ ਤੁਹਾਡੇ ਇੱਥੇ ਸੀ ਕਿ ਤੁਹਾਨੂੰ ਤਕਰੀਬਨ ਜਿੰਨੀ ਕਿ 1400-1500 ਇੰਡੀਆ 'ਚ ਬਣਦੀ, 19 ਮਿਲਣੀ ਸ਼ੁਰੂ ਹੋ ਗਈ। ਤੁਸੀਂ ਸੋਚਿਆ ਨਾ ਕਿ ਫਿਰ ਇੱਥੇ ਕਰਨਾ ਇੰਡੀਆ 'ਚ? ਫਿਰ ਇਦਾਂ ਹੈ ਕਿ ਫਿਰ ਬੱਚੇ ਮੰਗਵਾ ਲਏ। ਹਾਂਜੀ। ਤੇ ਮਕਾਨ ਇੱਥੇ ਲੈ ਲਿਆ ਤੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇੱਥੇ ਰਹਿਣ ਬਸੇਰਾ ਕਰਤਾ। ਤੇ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਦੱਸਿਆ ਕਿ ਉੱਥੋਂ ਤੁਹਾਡੇ ਹੀ ਘਰ ਤੋਂ ਪਾਕਿਸਤਾਨ ਤੋਂ ਰਸਤਾ ਜਿਹੜਾ 40-50 ਮੀਲ ਦਾ ਸੀਗਾ, ਡੇਰਾ ਲਾਹੌਰ ਦਾ। ਡੇਰਾ ਬਾਬਾ ਨਾਨਕ ਵੀ ਇੱਦਾਂ ਹੀ ਸੀ। ਨਹੀਂ, ਗੁਰੂ ਅਰਜਨ ਦੇਵ ਦਾ ਸ਼ਹੀਦੀ ਸਥਾਨ ਉਹ ਆਪਣਾ ਲਾਹੌਰ ਹੀ ਸੀਗਾ ਨਾ, ਸ਼ਹੀਦੀ ਸਥਾਨ। ਹਾਂਜੀ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਆਪਾਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ, ਤੇ ਸਿੱਖ ਚੈਨਲ ਵੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਜਿਹੜਾ ਵਾ ਹਿਸਟਰੀ ਵਿੱਚ ਪਹਿਲੀ ਵਾਰੀ ਪਾਕਿਸਤਾਨ ਦੀ ਧਰਤੀ ਲਾਹੌਰ ਤੋਂ ਡੇਰਾ ਸਾਹਿਬ ਤੋਂ ਮਨਾ ਰਿਹਾ ਵਾ ਜੀ। ਤੇ ਸ਼ੁੱਕਰਵਾਰ ਨੂੰ, ਪਰਸੋਂ ਨੂੰ ਜੀ, ਉੱਥੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਣਗੇ ਇੰਗਲੈਂਡ ਦੇ 6 ਵਜੇ। 16 ਤਰੀਕ ਨੂੰ ਜਿੱਦਣ ਅਸਲੀ ਸ਼ਹੀਦੀ ਦਿਹਾੜਾ ਉਦੋਂ ਭੋਗ ਪੈਣਗੇ ਜੀ। ਤੇ ਕੀ ਕਹਿਣਾ ਚਾਹੋਗੇ ਜਿਹੜਾ ਸਿੱਖ ਚੈਨਲ ਉਪਰਾਲਾ ਕਰ ਰਿਹਾ? ਬਹੁਤ ਅੱਛੀ ਗੱਲ ਹੈ। ਮੈਂ ਤਾਂ ਕਹਿੰਦਾ ਕਿ ਇਹ ਉਪਰਾਲਾ ਜਿਹੜਾ ਹੈ ਬਹੁਤ ਅੱਛਾ ਹੈ, ਔਰ ਇਹ ਹੋਰਾਂ ਨੂੰ ਵੀ ਕਰਨਾ ਚਾਹੀਦਾ, ਪਰ ਤੁਸੀਂ ਕੀਤਾ ਤੇ ਮੈਨੂੰ ਤੇ ਬਹੁਤ ਚੰਗਾ ਲੱਗਾ। ਹਾਂਜੀ ਹਾਂਜੀ। ਤੇ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਕਿੰਨਾ ਕਿ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ? ਯੋਗਦਾਨ ਤੇ ਦੇਖੋ ਜੀ, ਗੱਲ ਇਹ ਹੈ ਕਿ ਸਿੱਖ ਚੈਨਲ ਨੂੰ ਵੀ ਜ਼ਰੂਰੀ ਹੈ ਕਿ ਕੁਝ ਚੈਨਲ ਚਲਾਉਣ ਵਾਸਤੇ ਮਾਇਆ ਵੀ ਚਾਹੀਦੀ ਹੁੰਦੀ ਹੈ, ਤੇ ਇਸ ਕਰਕੇ ਯੋਗਦਾਨ ਤੇ ਸੰਗਤਾਂ ਨੂੰ ਪਾਉਣਾ ਚਾਹੀਦਾ। ਕਿਉਂਕਿ ਵੇਖੋ, ਸਿੱਖ ਚੈਨਲ ਪਿਆਰੇ ਦਰਸ਼ਕੋ ਜਦੋਂ ਦਾ ਹੋਂਦ ਦੇ ਵਿੱਚ ਆਇਆ, ਨਨਕਾਣਾ ਸਾਹਿਬ ਤੋਂ ਸ੍ਰੀ ਅਖੰਡ ਪਾਠ ਸਾਹਿਬ, ਹੇਮਕੁੰਟ ਸਾਹਿਬ ਤੋਂ ਸ੍ਰੀ ਅਖੰਡ ਪਾਠ ਸਾਹਿਬ, ਸੁਲਤਾਨਪੁਰ ਸਾਹਿਬ ਤੋਂ ਅਖੰਡ ਪਾਠ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਤੋਂ ਅਖੰਡ ਪਾਠ ਸਾਹਿਬ, ਤਖਤ ਸ੍ਰੀ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਅਖੰਡ ਪਾਠ ਸਾਹਿਬ, ਔਰ ਘਰ ਬੈਠਿਆਂ ਹੀ
ਇਹ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰ ਰਿਹਾ। ਬਹੁਤ ਅੱਛੀ ਗੱਲ। ਤੇ ਹੁਣ ਪਹਿਲੀ ਵਾਰ ਸ਼ੁੱਕਰਵਾਰ ਨੂੰ 14 ਤਰੀਕ ਨੂੰ 14 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਇੰਗਲੈਂਡ ਦੇ 6 ਵਜੇ ਪ੍ਰੰਭ ਹੋਣਗੇ, ਜਿਹਦੇ ਭੋਗ 16 ਤਰੀਕ ਨੂੰ ਪੈਣਗੇ। ਤੇ ਜਿਸ ਤਰ੍ਹਾਂ ਅੰਕਲ ਜੀ ਨੇ ਕੱਢਿਆ, ਗੁਰੂ ਪਿਆਰਿਓ, ਜੇ ਅਸੀਂ ਸੇਵਾ ਕਰ ਸਕਦੇ ਹਾਂ ਤੇ ਜ਼ਰੂਰ ਕਰੀਏ, ਕਿਉਂਕਿ ਵੇਖੋ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚਵਾਏ, ਬੰਦਾ ਕਿੱਥੇ ਜੰਮਿਆ ਪਲਿਆ ਹੁੰਦਾ। ਸਟੋਰੀ ਇਹਨਾਂ ਦੀ ਸੁਣੀਆਂ, ਪਾਕਿਸਤਾਨ ਦੇ ਵਿੱਚ ਜੰਮੇ ਪਲੇ, ਪਤਾ ਨਹੀਂ ਸੀ ਕੀ ਹੋ ਜਾਣਾ। ਜਦੋਂ 84 ਦੇ ਵਿੱਚ ਪਤਾ ਨਹੀਂ ਸੀ ਕੀ ਹੋ ਜਾਣਾ, ਕੀ ਭਾਣਾ ਵਾਪਰਿਆ, ਉਦੋਂ ਵੀ ਭਾਣਾ ਵਾਪਰਿਆ। ਤੇ ਇਹ ਆਪਾਂ ਪ੍ਰਦੇਸ਼ਾਂ ਦੇ ਵਿੱਚ ਆਏ ਆ ਤੇ ਆਪਾਂ ਨੂੰ ਗੁਰੂ ਨਾਨਕ ਨੇ ਬੜੇ ਖਜ਼ਾਨੇ ਦਿੱਤੇ ਆ। ਜੇ ਆਪਾਂ ਹੁਣ ਵੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਤੇ ਵੀ ਆਪਾਂ ਆਪਣਾ ਦਸਵੰਧ ਨਾ ਕੱਢਿਆ, ਤੇ ਗੁਰੂ ਪਿਆਰਿਓ ਦੇਣਾ ਤਾਂ ਅਸੀਂ ਗੁਰੂ ਦੇ ਦਿੱਤੇ ਚੋਂ ਆ। ਕੋਈ ਜਿਹਦੀ ਫੁਰਸਤ ਆ, ਕੋਈ 6 ਘੰਟੇ ਬੁਕਿੰਗ ਕਰਾਓ, ਕੋਈ 4 ਘੰਟੇ ਕਰਾਓ, ਕੋਈ 2 ਘੰਟੇ ਕਰਾਓ, ਕੋਈ ਘੰਟਾ ਕਰਾਓ, ਜਿੰਨੀ ਕਿ ਦੀ ਸਮਰੱਥਾ ਵਾ। ਗੁਰੂ ਪਿਆਰੋ, ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹ ਗੁਰੂ ਅਰਜਨ ਦੇਵ ਸਾਹਿਬ ਨੇ ਆਪਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਰੱਬ ਜਿਹੜਾ ਹੈ ਉਹਦੇ ਦਰਸ਼ਨ ਕਰਾਇਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਰੱਬ ਆ, ਇਹ ਪਰਮਾਤਮਾ ਵਾ। ਔਰ ਗੁਰੂ ਪਿਆਰਿਓ, ਗੁਰੂ ਅਰਜਨ ਦੇਵ, ਇੱਥੇ ਇੱਕ ਗੱਲ ਦੱਸ ਦਈਏ ਕਿ ਅੱਜ ਕੱਲ੍ਹ ਦੇ ਜਿਹੜੇ ਬਾਬੇ ਆ, ਝੂਠੇ ਬਾਬਿਆਂ ਦੀ ਮੈਂ ਗੱਲ ਕਰਦਾ, ਉਹ ਕਹਿੰਦੇ ਅਸੀਂ ਪੁੱਤ ਦੇਵਾਂਗੇ, ਧੀ ਦੇਵਾਂਗੇ, ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ। ਪਰ ਗੁਰੂ ਅਰਜਨ ਦੇਵ ਸਰਬ ਕਲਾ ਸਮਰੱਥ, ਜਦੋਂ ਮਾਤਾ ਗੰਗਾ ਜੀ ਕਹਿਣ ਲੱਗੀ ਕਿ ਸ਼ਰੀਕ ਮੈਨੂੰ ਮਿਹਣੇ ਮਾਰਦੇ ਆ, ਪ੍ਰਿਥੀ ਚੰਦ ਦੇ ਘਰ ਵਾਲੀ, ਕਿ ਇਹਨਾਂ ਤੇ ਇਦਾਂ ਹੀ ਚੱਲ ਜਾਣਾ, ਜਿਹੜੀ ਆ ਗੁਰਤਾ ਗੱਦੀ ਆਪਣੇ ਕੋਲ ਮਿਲਣੀ ਆ। ਤੇ ਗੁਰੂ ਅਰਜਨ ਦੇਵ ਦੇ ਗਾੜੀ ਝੋਲੀ ਅੱਡ ਕੇ ਕਹਿੰਦੀ ਆ, ਦੀਨ ਦੁਨੀਆ ਦੇ ਮਾਲਕਾਂ, ਲੋਕਾਂ ਦੀਆਂ ਝੋਲੀਆਂ ਭਰਦਾ, ਮੈਨੂੰ ਵੀ ਪੁੱਤ ਦੀ ਦਾਤ ਦੇ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਮੈਂ ਕੌਣ ਹੁੰਨਾ ਵਾਂ, ਬਾਬਾ ਬੁੱਢਾ ਸਾਹਿਬ ਕੋ ਝੋਲੀਆਂ ਭਰੋ। ਬਾਬਾ ਬੁੱਢਾ ਸਾਹਿਬ ਕੋ ਗਈ ਤੇ ਫਿਰ ਉਹਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਉਹਨੇ ਖੁਸ਼ ਨਹੀਂ ਹੋਏ। ਗੁਰੂ ਅਰਜਨ ਦੇਵ ਨੇ ਕਿਹਾ, ਸਿਮਰਨ ਕਰ, ਸਵੇਰੇ ਉੱਠ ਕੇ ਇਸ਼ਨਾਨ ਕਰ, ਆਪਣੇ ਹੱਥੀਂ ਆਟਾ ਗੁੰਨ, ਰੋਟੀ ਮਿੱਸੀ ਪਕਾ, ਤੇ ਵਾਹਿਗੁਰੂ ਵਾਹਿਗੁਰੂ ਜਪਦੀ ਜਿਹੜੀ ਆ ਬਾਬਾ ਬੁੱਢਾ ਕੋ ਜਾ। ਔਰ ਮਿੱਸੀਆਂ ਰੋਟੀਆਂ ਪਕਾ ਕੇ ਖੜੀਆਂ, ਸਾਦੇ ਕੱਪੜੇ ਪਾ ਕੇ ਗਈ, ਔਰ ਉੱਥੇ ਜਾ ਕੇ ਗੰਢਾ ਨਾਲ ਖੜਿਆ, ਮਿੱਸੀਆਂ ਰੋਟੀਆਂ। ਜਦੋਂ ਬਾਬਾ ਬੁੱਢਾ ਜੀ ਨੇ ਕਿਹਾ, ਮਾਂ ਆ ਗਈਆਂ, ਮੈਨੂੰ ਭੁੱਖ ਲੱਗੀ ਆ, ਤੇ ਜਦੋਂ ਗੰਢਾ ਭੰਨਿਆ ਤੇ ਨਾਲ ਹੀ ਕਹਿ ਦਿੱਤਾ, ਤੇਰੇ ਘਰ ਇਹੋ ਜਿਹਾ ਪੁੱਤਰ ਹੋਊਗਾ ਜਿਹੜਾ ਦੁਸ਼ਮਣਾਂ ਦੇ ਜ਼ਾਲਮਾਂ ਦੇ ਮੂੰਹ ਗੰਢੇ ਦੀ ਤਰ੍ਹਾਂ ਭੰਨੂਗਾ। ਇਹ ਉਹ ਗੁਰੂ ਅਰਜਨ ਦੇਵ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਜਿਸ ਤਰ੍ਹਾਂ ਅੰਕਲ ਜੀ ਨੇ ਕਿਹਾ, ਸਾਰੇ ਹੀ ਵੱਧ ਚੜ ਕੇ ਆਪਾਂ ਇਸ ਸ਼ਹੀਦੀ ਦਿਹਾੜੇ ਦੇ ਵਿੱਚ ਆਪਣਾ ਦਸਵੰਧ ਕੱਢੀਏ ਤੇ ਆਪਣਾ ਤਨ ਮਨ ਤੇ ਧਨ ਵੀ ਸਫਲ ਕਰੀਏ। ਗੁਰੂ ਪਿਆਰਿਓ, ਵੇਖਦੇ ਰਹਿਣਾ, ਅਸੀਂ ਇੰਟਰਵਿਊ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਤੇ ਅੰਕਲ ਜੀ, ਬੜਾ ਚੰਗਾ ਲੱਗਾ ਕਿ ਤੁਸੀਂ ਉਸ ਸਥਾਨ ਦੇ ਲਾਗੋਂ ਜਿੱਥੇ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਸ ਦੇਸ਼ ਤੋਂ ਆਏ ਜੇ। ਤੇ ਪ੍ਰੋਗਰਾਮ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਤੇ ਜੁੜੇ ਰਹਿਣਾ ਸਿੱਖ ਚੈਨਲ ਦੇ ਨਾਲ। ਤੇ ਵੱਧ ਤੋਂ ਵੱਧ 121 380 1050 ਤੇ ਫੋਨ ਕਰਕੇ ਆਪਣਾ ਦਸਵੰਧ ਕੱਢ ਕੇ ਗੁਰੂ ਅਰਜਨ ਦੇਵ ਦੀਆਂ, ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।